किश्त 231। घर आके ਇਹ ਸਾਰੀ ਗੱਲ ਮੈਂ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ 'ਤੇ ਦੱਸੀ ਤਾਂ ਉਹ ਬੜਾ ਹੀ ਖੁਸ਼ ਹੋਇਆ ਅਤੇ ਆਖਣ ਲੱਗਾ, ਯਾਰ ਅੱਜ ਦੇ ਰਾਵਣਾਂ ਨਾਲ ਇੰਨੇ ਯੁੱਧ ਲੜਨੇ ਬੜੇ ਔਖੇ ਨੇ, ਪਰ ਮੈਨੂੰ ਪੱਕਾ ਵਿਸ਼ਵਾਸ ਸੀ ਕਿ ਤੂੰ ਜ਼ਰੂਰ ਜਿੱਤੇਂਗਾ ਹੀ ਜਿੱਤੇਂਗਾ। ਚੱਲ ਸ਼ੁਕਰ ਹੈ ਆਪਾਂ ਨੂੰ ਜਪਨਾਮ ਦੇ ਵਿਰੁੱਧ ਆਪਣਾ ਐਟਮ ਬੰਬ ਨਹੀਂ ਚਲਾਉਣਾ ਪਿਆ। ਮੈਂ ਆਖਿਆ, ਬੰਬ ਤਾਂ ਜੀ ਗੁਰਨੇਕ ਨੇ ਆਪਣੇ ਆਪ 'ਤੇ ਹੀ ਚਲਵਾ ਲਿਆ, ਉਹਨਾਂ ਨੇ ਤਾਂ ਇਸ ਤੋਂ ਹੀ ਡਰ ਜਾਣਾ। ਉਹ ਬੋਲਿਆ, ਹੁਣ ਜਦੋਂ ਪੁੱਤ ਮੇਰੇ ਨੂੰ ਆਪਣੀਆਂ ਦੋਵੇਂ ਮੰਜ਼ਲਾਂ ਢਹਿੰਦੀਆਂ ਦਿਸਣ ਲੱਗ ਪਈਆਂ ਹੋਣੀਆਂ ਤਾਂ ਉਹਦਾ ਤਾਂ ਮੂਤ ਬੰਦ ਹੋਇਆ ਪਿਆ ਹੋਣਾ। ਚੱਲ ਕੋਈ ਨਾ, ਕੁਝ ਦੇਰ ਤਾਂ ਲੱਗ ਗਈ, ਪਰ ਉਹਨੂੰ ਸਬਕ ਤਾਂ ਮਿਲ ਹੀ ਗਿਆ ਕਿ ਜੇ ਤੂੰ ਕਿਸੇ ਦੇ ਘਰ ਅੱਗੇ ਖੂਹ ਪੁੱਟੇਗਾ ਤਾਂ ਆਪਣੇ ਮੂਹਰੇ ਵੀ ਖਾਤਾ ਤਿਆਰ ਹੀ ਹੁੰਦਾ। ਉਹ ਹੱਸਦਾ ਹੋਇਆ ਜੇਤੂ ਅੰਦਾਜ਼ ਵਿੱਚ ਬੋਲਿਆ ਸੀ। ਮੈਂ ਉਸ ਨੂੰ ਹੱਸ ਕੇ ਆਖਿਆ, ਸਰ ਇਹ ਤਾਂ ਆਪ ਸ਼ੀਸ਼ੇ ਦੇ ਮਕਾਨ ਵਿੱਚ ਬੈਠਾ ਸੀ ਅਤੇ ਦੂਜਿਆਂ ਦੇ ਘਰਾਂ ਉੱਤੇ ਰੋੜੇ ਮਾਰਨ ਲੱਗ ਪਿਆ ਸੀ, ਇਹਦੇ ਤਾਂ ਵੱਜਣੇ ਹੀ ਵੱਜਣੇ ਸੀ। ਉਸ ਨੇ ਜਾਣਕਾਰੀ ਹਿੱਤ ਪੁੱਛਿਆ, ਅਗਲੀ ਤਰੀਕ ਵਿੱਚ ਕਿੰਨੇ ਕੁ ਦਿਨ ਰਹਿੰਦੇ ਨੇ ਭਲਾ? ਅਜੇ ਤਾਂ 17 ਦਿਨ ਪਏ ਨੇ ਜੀ, ਉਦਣ ਵੀ ਕੀ ਪਤਾ ਫੈਸਲਾ ਹੋਵੇ ਕਿ ਨਾ। ਮੈਂ ਆਪਣਾ ਪਿਛਲਾ ਤਜਰਬਾ ਸਾਂਝਾ ਕਰਦਿਆਂ ਆਖਿਆ ਸੀ। ਉਹ ਬੋਲਿਆ, ਫਿਰ ਤਾਂ ਅਜੇ ਬੜੇ ਦਿਨ ਪਏ ਨੇ, ਮੇਰੇ ਵੀ ਤੱਤ ਕੱਢੇ ਹੋਏ ਨੇ, ਅਜੇ ਇਹਦੀ ਹਾਲਤ ਵੇਖੀ ਕੀ ਹੁੰਦੀ ਆ। ਇਹ ਤਾਂ ਆਪ ਜੱਜ ਦੇ ਘਰੇ ਜਾ ਜਾ ਕੇ ਆਖੇਗਾ ਕਿ ਜੀ ਮੇਰੀ ਲੋਕ ਅਦਾਲਤ ਤੁਸੀਂ ਹੁਣੇ ਹੀ ਲਾ ਲਵੋ ਅਤੇ ਮੇਰੇ ਹੀ ਕੀਤੇ ਹੋਏ ਕੇਸ ਤੋਂ ਮੇਰਾ ਖਹਿੜਾ ਛਡਵਾ ਦਿਓ। ਇੰਨਾ ਆਖ ਕੇ ਉਹ ਉੱਚੀ ਉੱਚੀ ਹੱਸਿਆ ਕਿ ਮੈਨੂੰ ਵੀ ਹਾਸਾ ਆ ਗਿਆ। ਫਿਰ ਆਖਣ ਲੱਗਾ, ਚੰਗਾ ਫਿਰ ਜਿਉਂਦਾ ਵਸਦਾ ਰਹਿ, ਅੱਜ ਮੈਂ ਤੇਰੇ ਨਾਮ ਦਾ ਪੈਗ ਲਾ ਕੇ ਹੀ ਸੌਵਾਂਗਾ। ਐਟਮ ਬੰਬ ਨਾ ਚਲਾਉਣ ਦੇ ਵਾਅਦੇ ਵਾਂਗ ਕਿਤਾਬ ਲਿਖਣ ਵਾਲਾ ਵਾਅਦਾ ਵੀ ਯਾਦ ਰੱਖੀ। ਉਹ ਤਾਂ ਜੀ ਮੇਰੇ ਦਿਲ 'ਤੇ ਉਸ ਦਿਨ ਹੀ ਉਕਰਿਆ ਗਿਆ ਸੀ ਜਦੋਂ ਤੁਸੀਂ ਇਸ ਦਾ ਨਾਂ ਹੀ ਲਿਆ ਸੀ। ਹੁਣ ਤਾਂ ਸਾਰੀ ਖੇਡ ਹੀ ਆਪਣੇ ਪੱਖ ਵਿੱਚ ਆ, ਤੁਸੀਂ ਫਿਕਰ ਨਾ ਕਰੋ। ਦਿਮਾਗ ਵਿੱਚ ਤਾਂ ਉਹ ਸ਼ੁਰੂ ਹੋਇਆ ਹੀ ਪਿਆ, ਪਰ ਮੈਂ ਕਿਸੇ ਕ੍ਰਾਂਤੀਕਾਰੀ ਇਤਿਹਾਸਕ ਦਿਵਸ ਵਾਲੇ ਦਿਨ ਨੂੰ ਹੀ ਸ਼ੁਰੂ ਕਰਾਂਗਾ। ਹੋ ਸਕਦਾ ਮੈਂ ਇਸ ਨੂੰ ਕੁਝ ਦਿਨਾਂ ਬਾਅਦ ਆ ਰਹੇ ਭਗਤ ਸਿੰਘ ਦੇ ਜਨਮ ਦਿਨ 'ਤੇ ਹੀ ਸ਼ੁਰੂ ਕਰ ਲਵਾਂ। ਮੈਂ ਉਸ ਨੂੰ ਪੂਰਨ ਤਸੱਲੀ ਦਿਵਾ ਦਿੱਤੀ ਸੀ। ਮੈਨੂੰ ਉਸ ਨਾਲ ਗੱਲ ਕਰਕੇ ਤਸੱਲੀ ਅਤੇ ਹੌਸਲਾ ਵੀ ਮਿਲਿਆ। ਸਾਨੂੰ ਸਭ ਨੂੰ ਇਹ ਖੁਸ਼ੀ ਵੀ ਸੀ ਕਿ ਅਸੀਂ 2-2.5 ਮਹੀਨੇ ਪਹਿਲਾਂ ਹੋ ਚੁੱਕੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਗੁਰਨੇਕ ਨੂੰ ਆਖਿਆ ਤੱਕ ਵੀ ਨਹੀਂ ਸੀ ਅਤੇ ਸਬਰ ਤੋਂ ਕੰਮ ਲਿਆ ਸੀ। ਇਸ ਗੱਲ ਦੀ ਖੁਸ਼ੀ ਵੀ ਹੋ ਰਹੀ ਸੀ ਕਿ ਜੇ ਗੁਰਨੇਕ ਆਪਣਾ ਹੰਕਾਰ ਉਸੇ ਦਿਨ ਹੀ ਛੱਡ ਦਿੰਦਾ ਤਾਂ ਉਸ ਦੀ ਇਸ ਹਊ ਨੇ ਜ਼ਖਮੀ ਹਾਲਤ ਵਿੱਚ ਹੀ ਰਹਿ ਜਾਣਾ ਸੀ ਅਤੇ ਉਹ ਸਾਡੇ ਉੱਤੇ ਕਦੇ ਵੀ ਜ਼ਖਮੀ ਸੱਪ ਵਾਂਗ ਵਾਰ ਕਰ ਸਕਦਾ ਸੀ। ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਨਾਲ ਉਸ ਦੀ ਸਾਰੀ ਆਕੜ ਭੱਜ ਗਈ ਸੀ ਅਤੇ ਹੰਕਾਰ ਮੂਧੇ ਮੂੰਹ ਡਿੱਗ ਪਿਆ ਸੀ। ਸਿਆਣਿਆਂ ਦੀ ਬਣਾਈ ਕਹਾਵਤ ਹੰਕਾਰਿਆ ਸੋ ਮਾਰਿਆ ਸੱਚੀ ਹੁੰਦੀ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਾਂ। ਅਦਾਲਤ ਦੀ ਅਗਲੀ ਤਰੀਕ ਵਿੱਚ ਅਜੇ 12 ਦਿਨ ਬਾਕੀ ਸਨ ਕਿ ਦੁਪਹਿਰ ਵੇਲੇ ਸਾਡੇ ਘਰ ਦੀ ਘੰਟੀ ਵੱਜੀ। ਜਦ ਮੈਂ ਬੂਹਾ ਖੋਲ੍ਹਿਆ ਤਾਂ ਮੇਰੇ ਸਾਹਮਣੇ ਗੁਰਨੇਕ ਸਾਡੇ ਮੁਹੱਲੇ ਦੇ MC ਸਰਜੀਤ ਸਿੰਘ ਨੂੰ ਲੈ ਕੇ ਖੜ੍ਹਾ ਹੋਇਆ ਸੀ। ਮੈਂ ਤਾਂ ਗੁਰਨੇਕ ਨੂੰ ਆਪਣੇ ਦਰਵਾਜ਼ੇ ਅੱਗੇ ਖੜ੍ਹਾ ਵੇਖ ਕੇ ਹੈਰਾਨ ਰਹਿ ਗਿਆ ਸਾਂ। ਮੇਰੇ ਕੀ ਸਾਡੇ ਸਾਰੇ ਟੱਬਰ ਲਈ ਇਹ ਬੜੇ ਵੱਡੇ ਅਚੰਭੇ ਵਾਲੀ ਗੱਲ ਸੀ। MC ਨੇ ਗੱਲਬਾਤ ਸ਼ੁਰੂ ਕੀਤੀ ਅਤੇ ਉਹ ਮੀਡੀਏਸ਼ਨ ਵਿੱਚ ਹੋਏ ਸਮਝੌਤੇ ਮੁਤਾਬਕ ਕੰਧ ਕਰਨ ਲਈ ਆਖਣ ਲੱਗ ਪਿਆ। ਮੈਂ ਵੀ ਜਾਣ ਬੁੱਝ ਕੇ ਅਣਜਾਣ ਜਿਹਾ ਬਣ ਗਿਆ ਅਤੇ ਆਖਿਆ, ਹੁਣ ਤਾਂ ਜੀ 10 ਕੁ ਦਿਨ ਰਹਿ ਗਏ ਨੇ, ਆਪਾਂ ਕਾਹਲੀ ਕਰਕੇ ਕਾਹਤੋਂ ਅਦਾਲਤ ਦੀ ਅਵੱਗਿਆ ਕਰਨੀ ਹੈ। ਐਵੇਂ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਸਟੇ ਹੋਣ ਦੇ ਬਾਵਜੂਦ ਇਹਨਾਂ ਨੇ ਕੰਧ ਕੱਢ ਲਈ ਹੈ ਤਾਂ ਸਾਨੂੰ ਕੋਈ ਚੱਕਰ ਪੈ ਸਕਦਾ। ਆਪਾਂ ਹੁਣ ਕੁਝ ਦਿਨ ਹੋਰ ਉਡੀਕ ਕਰ ਲੈਂਦੇ ਹਾਂ। ਅਸਲ ਵਿੱਚ ਗੁਰਨੇਕ ਦਾ ਅਸਲੀ ਰੂਪ ਵੇਖ ਕੇ ਮੈਂ ਚੰਗੀ ਤਰ੍ਹਾਂ ਸਮਝ ਚੁੱਕਾ ਸਾਂ ਕਿ ਸੱਜਣ ਤਾਂ ਅੱਖਾਂ ਵਿੱਚ ਵੀ ਸਮਾ ਜਾਂਦੇ ਨੇ, ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦਾ। ਕਿਸ਼ਤ
232ਵੀਂ। ਜਦ MC ਨੂੰ ਲੱਗਾ ਕਿ ਅਸੀਂ ਆਪਣੀ ਜਗ੍ਹਾ ਵਲਣ ਪ੍ਰਤੀ ਬਿਲਕੁਲ ਹੀ ਬੇਪਰਵਾਹ ਹਾਂ ਤਾਂ ਉਸ ਨੇ ਸਾਨੂੰ ਵਿਜੀਲੈਂਸ ਦੀ ਜਾਂਚ ਵਾਲੀ ਅਤੇ ਕਮਿਸ਼ਨਰ ਦੇ ਸਿਫਾਰਿਸ਼ ਨਾ ਮੰਨਣ ਵਾਲੀ ਸਾਰੀ ਗੱਲ ਦੱਸ ਦਿੱਤੀ ਅਤੇ ਆਖਣ ਲੱਗਾ, ਜਦ ਸਮਝੌਤਾ ਹੋ ਹੀ ਚੁੱਕਾ ਤਾਂ ਉਸ ਨੂੰ ਲਾਗੂ ਵੀ ਕਰ ਲੈਣਾ ਚਾਹੀਦਾ। MC ਸਾਹਿਬ, ਤੁਹਾਡੀ ਗੱਲ ਮੰਨਦੇ ਹਾਂ। ਇਸ ਗੁਰਨੇਕ ਨੂੰ ਪੁੱਛੋ ਜਿਹੜਾ ਕਹਿੰਦਾ ਸੀ ਕਿ ਫੈਸਲਾ ਹੋਣ ਤੋਂ ਪਹਿਲਾਂ ਮੈਨੂੰ ਕੁਝ ਵੀ ਮਨਜ਼ੂਰ ਨਹੀਂ। ਅਸੀਂ ਤਾਂ ਇਸ ਦੀ ਗੱਲ 'ਤੇ ਹੀ ਫੁੱਲ ਚੜਾਉਂਦੇ ਹਾਂ। ਮੇਰੇ ਪਿਤਾ ਜੀ ਨੇ ਅਖੀਰਲੇ ਵਾਕ 'ਤੇ ਵੱਧ ਬਲ ਦੇ ਕੇ ਗੁਰਨੇਕ ਨੂੰ ਟਾਂਚ ਕੀਤੀ। ਗੱਲੀਂ ਬਾਤੀਂ ਅਸੀਂ ਅਦਾਲਤ ਦੇ ਸਟੇਅ ਵਾਲੀ ਗੱਲ ਫਿਰ ਦੁਹਰਾ ਦਿੱਤੀ। ਗੁਰਨੇਕ ਦੀ ਤਰਫੋਂ MC ਬੀਤੇ ਵਿੱਚ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਦੀ ਮਾਫ਼ੀ ਉਸ ਦੀ ਜਗ੍ਹਾ 'ਤੇ ਆਪ ਮੰਗਣ ਲੱਗ ਪਿਆ। ਸਾਰੀ ਗੱਲਬਾਤ MC ਹੀ ਕਰ ਰਿਹਾ ਸੀ। ਗੁਰਨੇਕ ਤਾਂ ਚੁੱਪਚਾਪ ਨੀਵੀਂ ਪਾਈ ਬੈਠਾ ਰਿਹਾ ਸੀ। ਉਸ ਨੇ ਤਾਂ ਆਪਣੇ ਕੰਬਦੇ ਹੱਥਾਂ ਨਾਲ ਚਾਹ ਮਸਾਂ ਹੀ ਪੀਤੀ ਸੀ। ਟਰੇ ਵਿੱਚੋਂ ਚਾਹ ਦਾ ਕੱਪ ਚੁੱਕਣ ਵੇਲੇ ਉਸ ਦਾ ਹੱਥ ਕੰਬ ਗਿਆ ਤੇ ਥੋੜ੍ਹੀ ਜਿਹੀ ਚਾਹ ਵੀ ਡੁੱਲ ਗਈ ਸੀ। ਗੁਰਨੇਕ ਦੀ ਤਰਸਯੋਗ ਹਾਲਤ ਵੇਖ ਕੇ ਸਾਡੇ ਸਾਰੇ ਘਰਦਿਆਂ ਦੀ ਪੂਰੀ ਤਸੱਲੀ ਹੋ ਚੁੱਕੀ ਸੀ, ਜਿਹੜੀ ਕਿ ਉਹਨਾਂ ਦੇ ਚਿਹਰਿਆਂ ਤੋਂ ਝਲਕਾਂ ਮਾਰ ਰਹੀ ਸੀ। ਸਾਨੂੰ ਨਾ ਮੰਨਦਾ ਵੇਖ ਕੇ ਗੁਰਨੇਕ ਨੇ ਹੱਥ ਜੋੜ ਕੇ ਇੱਥੋਂ ਤੱਕ ਵੀ ਆਖ ਦਿੱਤਾ, ਤੁਸੀਂ ਭਾਵੇਂ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਾ ਛੱਡਿਓ, ਪਰ ਮੇਰਾ ਖਹਿੜਾ ਛੱਡ ਦਿਓ, ਮੈਨੂੰ ਇੱਕ ਵਾਰ ਬਚਾ ਲਵੋ। ਉਹ ਇਹ ਸ਼ਬਦ ਮਸਾਂ ਹੀ ਥਥਲਾਉਂਦਾ ਹੋਇਆ ਬੋਲ ਸਕਿਆ ਸੀ। ਫਿਰ ਉਹ ਪਿਤਾ ਜੀ ਦੇ ਪੈਰਾਂ ਵੱਲ ਨੂੰ ਝੁਕਦਾ ਹੋਇਆ ਬੋਲਿਆ, ਬਾਈ ਜੀ, ਇੱਕ ਵਾਰ ਮਾਫ਼ ਕਰ ਦਿਓ। ਪਿਤਾ ਜੀ ਨੇ ਉਸ ਨੂੰ ਮੋਢਿਆਂ ਤੋਂ ਫੜਦੇ ਹੋਏ ਆਪਣੇ ਪੈਰੀਂ ਹੱਥ ਨਾ ਲਾਉਣ ਦਿੱਤੇ। ਉਸੇ ਵਕਤ ਹੀ ਮੈਨੂੰ ਆਪਣੇ ਕ੍ਰਿਸ਼ਨ ਦੁਆਰਾ ਆਖੇ ਗਏ ਬੋਲ ਇੱਕਦਮ ਯਾਦ ਆ ਗਏ। ਗੁਰਨੇਕ ਮੈਨੂੰ ਫਿਲਮਾਂ ਵਾਲਾ ਅਮਰੀਸ਼ ਪੁਰੀ ਲੱਗਣ ਲੱਗ ਪਿਆ ਸੀ, ਜੋ ਆਪਣੀ ਜਾਨ ਇੱਕ ਵਾਰ ਬਚਾ ਕੇ ਫਿਰ ਤੋਂ ਵਾਰ ਕਰ ਸਕਦਾ ਸੀ। ਪਰ ਮੈਂ ਚੁੱਪ ਹੀ ਰਿਹਾ। ਸਾਨੂੰ ਇਹ ਵੀ ਚੰਗਾ ਨਹੀਂ ਸੀ ਲੱਗ ਰਿਹਾ ਕਿ ਸਾਊ ਜਿਹਾ MC ਕਿਸੇ ਹੋਰ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੀ ਮਾਫ਼ੀ ਆਪ ਮੰਗੇ। ਉਸ ਦੀ ਨਿਮਰਤਾ ਅਤੇ ਫਰਾਖ ਦਿਲੀ ਵੇਖ ਕੇ ਸਾਡਾ ਸਾਰਾ ਪਰਿਵਾਰ ਉਸ ਦੇ ਮੋਹ ਅਤੇ ਅਪਣੱਤ ਭਰੇ ਬੋਲਾਂ ਤੋਂ ਪ੍ਰਭਾਵਿਤ ਹੋ ਗਿਆ ਸੀ। MC ਦੁਆਰਾ ਧਾਰਮਿਕ ਗਿਆਨ ਵਿੱਚੋਂ ਬੋਲੇ ਜਾ ਰਹੇ ਸ਼ਬਦਾਂ ਨੇ ਸਾਨੂੰ ਵੀ ਪਹਿਲਾਂ ਹੀ ਪਿਘਲ ਕੇ ਮੋਮ ਹੋ ਚੁੱਕਿਆਂ ਨੂੰ ਫਿਰ ਤੋਂ ਯਾਦ ਕਰਵਾ ਦਿੱਤਾ ਕਿ ਦਇਆ ਦੇ ਬਰਾਬਰ ਹੋਰ ਕੋਈ ਵੀ ਧਰਮ ਨਹੀਂ ਹੈ। ਕਿਸ਼ਤ 233ਵੀਂ। ਸ਼ਾਇਦ ਇਸੇ ਕਰਕੇ ਹੀ ਮੇਰੇ ਪਿਤਾ ਜੀ ਨੇ ਸਭ ਜੀਆਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਿਨਾਂ ਹੀ ਉਹਨਾਂ ਨੂੰ ਪੂਰਾ ਯਕੀਨ ਦਿਵਾ ਦਿੱਤਾ ਕਿ ਅਸੀਂ ਇਸ ਸ਼ਿਕਾਇਤ ਬਾਬਤ ਕੋਈ ਵੀ ਕਾਰਵਾਈ ਨਹੀਂ ਕਰਾਂਗੇ। ਉਹਨਾਂ ਨੂੰ ਇੱਥੋਂ ਤੱਕ ਵੀ ਆਖ ਦਿੱਤਾ ਕਿ ਅਦਾਲਤ ਵਾਲੇ ਫੈਸਲੇ ਦੀ ਕਾਪੀ ਤਾਂ ਤਰੀਕ ਵਾਲੇ ਦਿਨ ਹੀ ਮਿਲੇਗੀ, ਪਰ ਨਗਰ ਨਿਗਮ ਵਾਲੀ ਕਾਰਵਾਈ ਨੂੰ ਰੁਕਵਾਉਣ ਲਈ ਜਿਹੜਾ ਵੀ ਕੁਝ ਲਿਖਵਾਉਣਾ ਚਾਹੁੰਦੇ ਹਨ ਉਹ ਟਾਈਪ ਕਰਕੇ ਲੈ ਆਉਣ, ਅਸੀਂ ਉਸ ਉੱਤੇ ਦਸਤਖਤ ਕਰ ਦੇਵਾਂਗੇ। ਉਹਨਾਂ ਨੂੰ ਇਹ ਵੀ ਯਕੀਨ ਦਿਵਾ ਦਿੱਤਾ ਕਿ ਅਸੀਂ ਆਪਣੀ ਜ਼ਬਾਨ ਮੁਤਾਬਕ ਛੱਡੀ ਹੋਈ ਜਗ੍ਹਾ ਛੱਡਾਂਗੇ ਹੀ ਛੱਡਾਂਗੇ। ਉਹਨਾਂ ਨੂੰ ਵੀ ਪੂਰਾ ਯਕੀਨ ਹੋ ਗਿਆ ਕਿ ਅਸੀਂ ਨਾ ਤਾਂ ਅਦਾਲਤ ਵਾਲੇ ਸਮਝੌਤੇ ਤੋਂ ਭੱਜਾਂਗੇ ਤੇ ਨਾ ਹੀ ਨਗਰ ਨਿਗਮ ਅਤੇ ਵਿਜੀਲੈਂਸ ਵਾਲੀ ਕਾਰਵਾਈ ਨੂੰ ਅੱਗੇ ਵਧਾਉਣ ਵਿੱਚ ਜ਼ੋਰ ਲਾਵਾਂਗੇ। ਇਹ ਸੁਣ ਕੇ ਗੁਰਨੇਕ ਦੇ ਕੰਬਦੇ ਹੋਏ ਹੱਥ ਆਪਣੇ ਕੰਨਾਂ ਨੂੰ ਲਾ ਕੇ ਮੇਰੇ ਪਿਤਾ ਜੀ ਦੇ ਸਾਹਮਣੇ ਆਪ ਮੁਹਾਰੇ ਹੀ ਜੁੜ ਗਏ ਸਨ। ਉਹ ਤਸੱਲੀ ਦੇ ਨਾਲ ਖੁਸ਼ ਹੁੰਦੇ ਹੋਏ ਵਾਪਸ ਮੁੜ ਗਏ। ਉਂਝ ਗੁਰਨੇਕ ਦੀ ਹਾਲਤ ਵੇਖਣ ਯੋਗ ਸੀ। ਉਸ ਦੇ ਉਦਾਸੀ ਮਾਰੇ ਚਿਹਰੇ 'ਤੇ ਜਰਾ ਮੁਸਕਾਨ ਵੀ ਆ ਗਈ ਸੀ। ਸ਼ਾਇਦ ਉਹ ਸੋਚ ਰਿਹਾ ਸੀ, ਕੁੜੀ ਜੰਮੀ ਹੱਡ ਛੁੱਟੇ। ਉਹਨਾਂ ਦੇ ਆਉਣ ਨਾਲ ਦੋਵਾਂ ਧਿਰਾਂ ਨੂੰ ਹੀ ਪੂਰਨ ਤਸੱਲੀ ਮਿਲ ਗਈ ਸੀ।
ਸਾਡੇ ਲਈ ਨੈਤਿਕ ਤੌਰ 'ਤੇ ਇਹ ਇੱਕ ਵੱਡੀ ਜਿੱਤ ਸੀ ਕਿ ਸਾਡਾ ਵਿਰੋਧੀ ਨੀਵਾਂ ਹੋ ਕੇ ਚੱਲ ਕੇ ਸਾਡੇ ਘਰ ਆਇਆ ਸੀ। ਹੁਣ ਉਸ ਉੱਤੇ ਵਾਰ ਕਰਨ ਦੀ ਨਾ ਤਾਂ ਸਾਡੀ ਕੋਈ ਮਨਸ਼ਾ ਸੀ ਤੇ ਅਸੂਲੀ ਤੌਰ 'ਤੇ ਵੀ ਇਹ ਚੰਗਾ ਵਰਤਾਰਾ ਨਹੀਂ ਸੀ। ਦੂਜੀ ਧਿਰ ਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੀ ਸਾਡਾ ਮਕਸਦ ਸੀ, ਜੋ ਕਿ ਪੂਰਾ ਹੋ ਗਿਆ ਸੀ। ਬੇਸ਼ੱਕ ਇਸ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਤਣਾਵਾਂ ਵਿੱਚੋਂ ਲੰਘਣਾ ਪਿਆ ਸੀ। ਇਸ ਸਮਝੌਤੇ ਨੂੰ ਕਾਨੂੰਨੀ ਰੂਪ ਮਿਲਣ ਵਿੱਚ ਅਜੇ ਕੁਝ ਦਿਨ ਲੱਗਣੇ ਸਨ। ਬਾਕੀ ਰਹਿੰਦੇ ਦਿਨ ਬੀਤ ਜਾਣ ਦਾ ਅੰਦਰੋਂ ਅੰਦਰੀ ਤਾਂ ਸਭ ਨੂੰ ਬੇਸਬਰੀ ਨਾਲ ਉਡੀਕ ਸੀ, ਪਰ ਹਰ ਕੋਈ ਸਹਿਜ-ਮਤ ਹੀ ਵਿਖਾ ਰਿਹਾ ਸੀ। ਜਦ 1.25 ਸਾਲ ਤੋਂ ਉੱਪਰ ਦਾ ਸਮਾਂ ਲੰਘਾ ਲਿਆ ਸੀ ਤਾਂ ਇਹ ਕੁਝ ਕੁ ਦਿਨ ਵੀ ਆਪਣੀ ਤੋਰੇ ਲੰਘ ਹੀ ਜਾਣੇ ਸਨ। ਕਿਸ਼ਤ 234ਵੀਂ ਮਿਥੀ ਹੋਈ ਤਰੀਕ ਵੀ ਆ ਪੁੱਜੀ। ਮੈਂ ਫਿਰ ਅਦਾਲਤ ਵਿੱਚ ਸਾਂ। ਮੇਰੀ ਹੈਰਾਨੀ ਦੀ ਹੱਦ ਉਦੋਂ ਜਵਾਬ ਦੇ ਗਈ ਜਦ ਸਾਡੀ ਵਾਰੀ ਆਉਣ 'ਤੇ ਦੂਜੀ ਧਿਰ ਦੇ ਮੁਨਸ਼ੀ ਨੇ ਆ ਕੇ ਆਖ ਦਿੱਤਾ, ਸਰ, ਗੁਰਨੇਕ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ, ਇਸ ਲਈ ਅਗਲੀ ਤਰੀਕ ਦੇ ਦਿੱਤੀ ਜਾਵੇ। ਜੱਜ ਵੀ ਹੈਰਾਨ ਅਤੇ ਪਰੇਸ਼ਾਨ ਹੋ ਗਈ। ਉੱਥੇ ਚੱਲ ਰਹੀ ਗੱਲਬਾਤ ਤੋਂ ਮੈਨੂੰ ਲੱਗਾ ਕਿ ਜੱਜ ਅਤੇ ਮੁਨਸ਼ੀ ਦੋਵੇਂ ਹੀ ਚਾਹੁੰਦੇ ਸਨ ਕਿ ਕੇਸ ਨੂੰ ਵਾਪਸ ਲੈਣ ਵੇਲੇ ਸਬੰਧਤ ਬੰਦੇ ਦਾ ਮੌਕੇ 'ਤੇ ਹਾਜ਼ਰ ਹੋਣਾ ਲਾਜ਼ਮੀ ਹੈ। ਜੱਜ ਮੇਜ਼ ਉੱਤੋਂ ਕਾਗਜ਼ ਚੁੱਕ ਕੇ ਧਿਆਨ ਨਾਲ ਉਸ ਵੱਲ ਵੇਖਣ ਲੱਗ ਪਈ। ਫਿਰ ਕੁਝ ਸੋਚ ਕੇ ਬੋਲੀ, ਗੁਰਨੇਕ ਸਿੰਘ ਭਲਕੇ ਆ ਸਕਦਾ ਹੈ? ਮੁਨਸ਼ੀ ਬੋਲਿਆ, ਹਾਂਜੀ, ਪੱਕਾ ਆ ਜਾਵੇਗਾ। ਚਲੋ ਫਿਰ ਠੀਕ ਹੈ, ਉਸ ਨੂੰ ਕੱਲ੍ਹ ਹੀ ਸੱਦ ਲਵੋ। ਉਸ ਤੋਂ ਐਫੀਡੈਵਿਟ ਮੇਰੇ ਸਾਹਮਣੇ ਸਾਈਨ ਕਰਵਾਉਣਾ। ਜੱਜ ਨੇ ਅਗਲੀ ਤਾਰੀਖ ਦਿੰਦੇ ਹੋਏ ਆਖਿਆ। ਉਸ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਹ ਵੀ ਅੱਕ ਚੁੱਕੀ ਸੀ। ਇੰਨੀ ਨੇੜੇ ਦੀ ਤਾਰੀਖ ਮੇਰੇ ਇਸ ਕੇਸ ਵਿੱਚ ਪਹਿਲੀ ਵਾਰ ਪਈ ਸੀ। ਮੈਂ ਸ਼ੁਕਰ ਵੀ ਕੀਤਾ ਕਿ ਜੱਜ ਦਾ ਕੀ ਸੀ, ਭਾਵੇਂ ਮਹੀਨੇ ਦੀ ਤਾਰੀਖ ਪਾ ਦਿੰਦੀ। ਅਗਲੇ ਦਿਨ ਦੀ ਸੁਭਾਗੀ ਸਵੇਰ ਦੀ ਉਡੀਕ ਮੇਰੇ ਲਈ ਲੰਬੀ ਹੀ ਲੰਬੀ ਹੁੰਦੀ ਜਾ ਰਹੀ ਸੀ। ਉਸ ਰਾਤ ਵੀ ਮੈਂ ਸੌਂ ਨਹੀਂ ਸਾਂ ਸਕਿਆ। ਮਨ ਵਿੱਚ ਵਾਰ-ਵਾਰ ਇਹੋ ਹੀ ਆਈ ਜਾ ਰਿਹਾ ਸੀ ਕਿ ਜਿਹੜਾ ਕੇਸ ਜ਼ਿਲ੍ਹਾ ਪੁਲਿਸ ਮੁਖੀ ਤਾਂ ਕੀ ਇੱਕ ਮਾਮੂਲੀ ਜਿਹੇ ਥਾਣੇਦਾਰ ਦੀ ਘੁਰਕੀ ਨਾਲ ਹੀ ਸੁਲਝ ਸਕਦਾ ਸੀ, ਉਸ ਲਈ ਮੈਨੂੰ ਕਿੰਨੀ ਦੇਰ ਥਾਣਿਆਂ, ਕਚਹਿਰੀਆਂ ਅਤੇ ਹੋਰ ਦਫ਼ਤਰਾਂ ਵਿੱਚ ਰੁਲਣਾ ਪਿਆ, ਕਿੰਨਾ ਸੰਘਰਸ਼ ਕਰਨਾ ਪਿਆ, ਕਿੰਨਾ ਧਨ ਅਤੇ ਸਮਾਂ ਬਰਬਾਦ ਕਰਨਾ ਪਿਆ। ਇਹ ਕਿਹੋ ਜਿਹਾ ਪੁਲਿਸ ਪ੍ਰਬੰਧ ਹੈ ਜਿਹੜਾ ਆਪਣੇ ਕਰਮਚਾਰੀਆਂ ਦੇ ਸ਼ਰੇਆਮ ਗਲਤ ਹੋਣ ਦੇ ਬਾਵਜੂਦ ਉਹਨਾਂ ਨੂੰ ਘੂਰ ਤੱਕ ਵੀ ਨਹੀਂ ਸਕਦਾ ਅਤੇ ਪੀੜਤ ਧਿਰ ਨੂੰ ਵੱਖ-ਵੱਖ ਕੇਸਾਂ ਵਿੱਚ ਉਲਝਾ ਕੇ ਆਪਣੇ ਕੀਤੇ ਜ਼ੁਲਮਾਂ ਅਤੇ ਅਪਰਾਧਾਂ ਨੂੰ ਲੁਕਾਉਣ ਦੇ ਚੱਕਰ ਵਿੱਚ ਹੀ ਰਹਿੰਦਾ ਹੈ। ਇੰਨੇ ਸਮੇਂ ਵਿੱਚ ਤੈਨਾਤ ਰਹੇ 3 ਜ਼ਿਲ੍ਹਾ ਪੁਲਿਸ ਮੁਖੀਆਂ ਦੇ ਚਿਹਰੇ ਵੀ ਧੁੰਦਲੇ-ਧੁੰਦਲੇ ਅੱਖਾਂ ਸਾਹਵੇਂ ਆ ਕੇ ਲੰਘਦੇ ਰਹੇ। ਤਿੰਨਾਂ ਨੂੰ ਹੀ ਇਸ ਕੇਸ ਦਾ ਊੜੇ ਤੋਂ ਲੈ ਕੇ ਰਾੜੇ ਤੱਕ ਦਾ ਗਿਆਨ ਸੀ, ਪਰ ਇਹਨਾਂ ਸਭ ਦੀ ਖਸਲਤ ਇੱਕੋ ਹੀ ਰਹੀ ਕਿ ਉਹ ਆਪਣੇ ਛੋਟੇ ਤੋਂ ਛੋਟੇ ਮੁਲਾਜ਼ਮ ਨੂੰ ਝਿੜਕਣਾ ਤਾਂ ਦੂਰ, ਗਲਤ ਆਖਣ ਤੱਕ ਦੀ ਹਿੰਮਤ ਵੀ ਨਹੀਂ ਸਨ ਕਰ ਸਕੇ। ਇੱਕ ਐਸਪੀ ਦੁਆਰਾ ਸ਼ਰੇਆਮ ਆਪਣੇ ਗਲਤ ਮੁਲਾਜ਼ਮਾਂ ਦੀ ਮਦਦ ਕਰਨੀ ਸ਼ਰਮਨਾਕ ਤਾਂ ਹੈ ਹੀ ਸੀ, ਪਰ ਉਸ ਦੇ ਨਾਲ 4-5 ਡੀਐਸਪੀ ਜੋ ਇਸ ਸਮੇਂ ਦੌਰਾਨ ਤਾਇਨਾਤ ਰਹੇ ਵੀ ਆਪਣੇ ਮਹਿਕਮੇ ਦੇ ਇੱਕ ਹੌਲਦਾਰ ਅਤੇ ਡਰਾਈਵਰ ਨੂੰ ਗਲਤ ਆਖਣ ਦੀ ਜੁਰਤ ਨਾ ਕਰ ਸਕੇ। ਇਹਨਾਂ ਸਭ ਨੂੰ ਤਾਂ ਆਪਣੇ ਆਪ ਨੂੰ ਵੱਜਣ ਵਾਲੇ ਸਲੂਟਾਂ ਦਾ ਹੀ ਫਿਕਰ ਸੀ। ਉਹਨਾਂ ਦੀ ਇਸ ਗਲਤੀ ਜਾਂ ਸਿਆਣਪ ਕਾਰਨ ਹੀ ਮੈਨੂੰ 150 ਤੋਂ ਵੱਧ RTIs ਪਾਉਣੀਆਂ ਪਈਆਂ। ਅਦਾਲਤਾਂ ਅਤੇ ਥਾਣਿਆਂ ਵਿੱਚ ਦਰਜਨਾਂ ਤਰੀਕਾਂ ਭੁਗਤਣੀਆਂ ਪਈਆਂ। ਨਗਰ ਨਿਗਮ ਵਿੱਚ ਦਰਜਨਾਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਪਈਆਂ ਅਤੇ ਕੇਵਲ ADC ਦੇ ਦਫ਼ਤਰ ਵਿੱਚ ਹੀ ਸੈਂਕੜੇ ਗੇੜੇ ਮਾਰਨੇ ਪਏ। ਅਦਾਲਤ ਅਤੇ ਲੋਕ ਅਦਾਲਤਾਂ ਦਾ ਅਸਲੀ ਰੂਪ ਵੀ
ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਿਆ। ਇੱਥੇ ਬਿਨਾਂ ਕਿਸੇ ਵੀ ਸਬੂਤ ਦੇ ਕਿਸੇ 'ਤੇ ਵੀ ਕੇਸ ਕਰਕੇ ਉਸ ਨੂੰ ਉਲਝਾਇਆ ਜਾ ਸਕਦਾ ਹੈ। ਜੱਜ ਵੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਡਰ ਅੱਗੇ ਹੀ ਝੁਕਣ ਲਈ ਮਜਬੂਰ ਹੋ ਜਾਂਦੇ ਹਨ। ਅਦਾਲਤਾਂ ਵਿੱਚ ਆਮ ਬੰਦਾ ਕਿਸ ਤਰ੍ਹਾਂ ਇੱਕ ਘਸਿਆਰਾ ਜਿਹਾ ਬਣ ਕੇ ਰਹਿ ਜਾਂਦਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਦੀਆਂ ਮਿੰਨਤਾਂ ਕਰਦਿਆਂ ਉਸ ਦੀ ਆਪਣੀ ਹਸਤੀ ਹੀ ਗਾਇਬ ਹੋ ਜਾਂਦੀ ਹੈ। ਫਿਰ ਮੇਰੇ ਦਿਮਾਗ ਵਿੱਚ 1984 ਵਿੱਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਵਿੱਚ ਹੋ ਰਹੀ ਦੇਰ ਬਾਰੇ ਸਾਰੇ ਖਿਆਲ ਘੁੰਮਣ ਲੱਗ ਪਏ ਤਾਂ ਮਹਿਸੂਸ ਹੋਇਆ ਕਿ ਇਸ ਦੇਰੀ ਵਿੱਚ ਅੜਚਨ ਬਣਨ ਵਾਲਾ ਸਿਰਫ ਧਰਮ ਹੀ ਨਹੀਂ, ਸਗੋਂ ਸਾਡਾ ਸਮੁੱਚਾ ਪ੍ਰਸ਼ਾਸਨ, ਰਾਜਨੀਤਿਕ ਢਾਂਚਾ ਅਤੇ ਕਾਨੂੰਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਇੱਥੇ ਕਿਸੇ ਵੀ ਕੇਸ ਨੂੰ ਕਾਨੂੰਨੀ ਘੁਣਤਣਾ ਕਾਰਨ ਬੰਦਿਆਂ ਦੀਆਂ ਉਮਰਾਂ ਤੋਂ ਵੀ ਵਧੇਰੇ ਵਰ੍ਹਿਆਂ ਤੀਕਰ ਲਮਕਾਇਆ ਜਾ ਸਕਦਾ ਹੈ। ਕਿਸ਼ਤ 235ਵੀਂ ਉਸਲ ਵੱਟੇ ਲੈਂਦੇ ਦੇ ਇਹੀ ਦਿਮਾਗ ਵਿੱਚ ਆ ਰਿਹਾ ਸੀ ਕਿ ਇਹ ਕਿਹੋ ਜਿਹਾ ਜੰਗਾਲਿਆ ਹੋਇਆ ਪ੍ਰਸ਼ਾਸਨ ਹੈ ਕਿ ਇੱਕ ਆਮ ਬੰਦਾ ਇਸ ਉੱਤੇ ਰੇਗ ਮਾਰ ਘਸਾਈ ਜਾ ਰਿਹਾ ਹੈ, ਪਰ ਜੰਗਾਲ ਉਤਰ ਹੀ ਨਹੀਂ ਰਿਹਾ ਹੈ। ਬੇਸ਼ੱਕ ਇਸ ਦੀਆਂ ਪੇਪੜੀਆਂ ਉੱਧੜਦੀਆਂ ਜਾ ਰਹੀਆਂ ਹਨ, ਪਰ ਇਹਨਾਂ ਨੂੰ ਉਧੇੜਨ ਵਿੱਚ ਆਮ ਬੰਦੇ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋਣਾ ਅਤੇ ਸਿਦਕ ਦਿਲੀ ਨਾਲ ਲੰਬਾ ਅਤੇ ਸਿਰੜੀ ਸੰਘਰਸ਼ ਕਰਨਾ ਪੈਂਦਾ ਹੈ ਕਿ ਕਈ ਵਾਰ ਤਾਂ ਉਹ ਮਰਨ ਕੰਢੇ 'ਤੇ ਵੀ ਪੁੱਜ ਜਾਂਦਾ ਹੈ। ਉਸ ਨੂੰ ਇਨਸਾਫ ਦਾ ਮੂੰਹ ਵਿਖਾਉਣ ਦੀ ਥਾਂ ਤਰੀਕ ਤੋਂ ਬਾਅਦ ਤਰੀਕ ਪਾ ਕੇ ਇਨਸਾਫ ਨੂੰ ਮ੍ਰਿਗ ਤ੍ਰਿਸ਼ਨਾ ਹੀ ਬਣਾ ਦਿੱਤਾ ਜਾਂਦਾ ਹੈ। ਇਹ ਕਿਹੋ ਜਿਹੀ ਚੁਸਤੀ, ਫੁਰਤੀ ਅਤੇ ਪਾਰਦਰਸ਼ਤਾ ਹੈ ਕਿ ਇੱਕ ਦਿਨ ਵਿੱਚ ਨਿਬੜਨ ਵਾਲੇ ਇੱਕ ਕੇਸ ਨੂੰ ਇੰਨਾ ਲੰਮਾ ਸਮਾਂ ਲੱਗ ਜਾਂਦਾ ਹੈ। ਦਿਮਾਗ ਵਿੱਚ ਆਉਣ ਲੱਗਾ ਕਿ ਸਾਡੀ ਅਫਸਰਸ਼ਾਹੀ ਨੂੰ ਸਮੱਤ ਕਦੋਂ ਆਵੇਗੀ ਤੇ ਉਸ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਅਜਿਹੇ ਕੁਕਰਮਾਂ ਅਤੇ ਲਾਪਰਵਾਹੀਆਂ ਕਾਰਨ ਇੱਕ ਆਮ ਬੰਦਾ ਇਨਸਾਫ ਦੀ ਉਡੀਕ ਛੱਡ ਕੇ ਮੌਤ ਨੂੰ ਨੇੜੇ ਦਾ ਅਤੇ ਸਦੀਵੀ ਸਾਥੀ ਸਮਝਣ ਲੱਗ ਜਾਂਦਾ ਹੈ। ਉਸ ਦਾ ਕਿੰਨਾ ਆਰਥਿਕ, ਮਾਨਸਿਕ, ਨੈਤਿਕ, ਪਰਿਵਾਰਿਕ, ਬੌਧਿਕ ਤੇ ਸਮਾਜਿਕ ਨੁਕਸਾਨ ਹੁੰਦਾ ਹੈ, ਇਸ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਪਿਛਲ ਝਾਤ ਮਾਰਦਿਆਂ ਮੇਰੇ ਦਿਲ ਵਿੱਚ ਪੱਕਾ ਵਿਸ਼ਵਾਸ ਬਣ ਗਿਆ ਕਿ ਇਹ ਵਿਵਸਥਾ ਇੰਨੀ ਜ਼ਿਆਦਾ ਜੰਗਾਲੀ ਜਾ ਚੁੱਕੀ ਹੈ ਕਿ ਇਸ ਦੇ ਕੰਨ ਖੋਲ੍ਹਣ ਲਈ ਇਸ ਉੱਤੇ ਜਿੰਨੇ ਮਰਜ਼ੀ ਹਥੌੜੇ ਮਾਰ ਲਏ ਜਾਣ, ਪਰ ਇਸ ਦੇ ਕੰਨ ਖੁੱਲ੍ਹ ਹੀ ਨਹੀਂ ਸਕਦੇ। ਇਸ ਦਾ ਸਿਰਫ ਇੱਕ ਹੀ ਇਲਾਜ ਰਹਿ ਗਿਆ ਜਾਪਦਾ ਹੈ ਕਿ ਇਸ ਵਿਵਸਥਾ ਨੂੰ ਸੁਧਾਰਨ ਲਈ ਟੱਕਰਾਂ ਮਾਰਨ ਦੀ ਬਜਾਏ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਜੇਕਰ ਇਸ ਨੂੰ ਜਲਦੀ ਨਾ ਬਦਲਿਆ ਗਿਆ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਮਜ਼ਲੂਮ ਮੇਰੇ ਵਾਂਗ ਥਾਣਿਆਂ, ਕਚਹਿਰੀਆਂ ਅਤੇ ਇਹਨਾਂ ਦਫ਼ਤਰਾਂ ਵਿੱਚ ਧੱਕੇ ਤਾਂ ਖਾਣ ਲਈ ਮਜਬੂਰ ਹਨ ਹੀ, ਤੇ ਪਤਾ ਨਹੀਂ ਅਜੇ ਕਿੰਨਾ ਹੋਰ ਸਮਾਂ ਯਵਕਦੇ ਰਹਿਣਗੇ। ਤੇ ਕਈ ਤਾਂ ਇਸ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਆਪਣੇ ਹੱਥੀਂ ਹੀ ਆਪਣੀ ਜ਼ਿੰਦਗੀ ਦਾ ਅੰਤ ਕਰਨ ਲਈ ਮਜਬੂਰ ਹੋ ਜਾਣਗੇ। ਇਹ ਸਭ ਕੁਝ ਸੋਚਦਾ ਸੋਚਦਾ ਮੈਂ ਅੱਧ ਸੁੱਤਾ ਹੀ ਸੁਰਜੀਤ ਪਾਤਰ ਦਾ ਸ਼ੇਅਰ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਗਾਉਂਦਾ ਹੋਇਆ ਪਤਾ ਨਹੀਂ ਮੈਂ ਕਦੋਂ ਨੀਂਦ ਦੀ ਗੋਦ ਵਿੱਚ ਚਲਾ ਗਿਆ। ਉਸ ਰਾਤ ਮੈਂ ਕਈ ਮਹੀਨਿਆਂ ਬਾਅਦ ਗੂੜ੍ਹੀ ਨੀਂਦ ਸੁੱਤਾ ਸਾਂ। ਮੈਨੂੰ ਉੱਠਣ ਵਿੱਚ ਕਾਫੀ ਦੇਰ ਹੋ ਗਈ। ਅਗਲੇ ਦਿਨ ਮੈਂ ਜਦ ਆਪਣੇ ਵਕੀਲ ਦੇ ਚੈਂਬਰ ਵਿੱਚ ਵੜਿਆ ਹੀ ਸਾਂ ਤਾਂ ਉਸ ਨੇ ਹੱਸਦੇ ਹੋਏ ਮੈਨੂੰ ਮੁਬਾਰਕਾਂ ਦਿੱਤੀਆਂ ਅਤੇ ਦੱਸਿਆ ਕਿ ਦੂਜੀ ਧਿਰ ਤਾਂ ਸਵੇਰੇ ਸਵਖਤੇ ਹੀ ਆ ਕੇ ਐਫੀਡੈਵਿਟ ਦੇ ਗਈ ਸੀ ਤੇ ਜੱਜ ਨੇ ਮੈਨੂੰ ਸੱਦ ਕੇ ਕੇਸ ਦੇ ਡਿਸਮਿਸ ਹੋਣ ਦੀ ਸੂਚਨਾ ਦੇ ਦਿੱਤੀ ਹੈ। ਮੈਨੂੰ ਖੁਸ਼ੀ ਦੇ ਨਾਲ ਹੈਰਾਨੀ ਵੀ ਹੋ ਰਹੀ ਸੀ ਕਿ ਅੱਜ ਹੀ ਮੈਂ ਅਦਾਲਤ ਵਿੱਚ
ਅੱਧਾ ਕੁ ਘੰਟਾ ਦੇਰੀ ਨਾਲ ਪਹੁੰਚਿਆ ਸਾਂ ਅਤੇ ਅੱਜ ਹੀ ਮੇਰੀ ਗੈਰ ਹਾਜ਼ਰੀ ਵਿੱਚ ਮੇਰੇ ਕੇਸ ਦਾ ਫੈਸਲਾ ਮੇਰੇ ਹੱਕ ਵਿੱਚ ਹੋ ਗਿਆ ਹੈ। ਮੈਂ ਵਕੀਲ ਤੋਂ ਚੋਰੀ ਆਪਣੀਆਂ ਅੱਖਾਂ ਵਿੱਚ ਆਏ ਹੰਝੂ ਪੂੰਝ ਲਏ ਅਤੇ ਮਨ ਹੀ ਮਨ ਉਹਨਾਂ ਸਭ ਲੋਕਾਂ ਦਾ ਧੰਨਵਾਦੀ ਹੋਣ ਲੱਗ ਪਿਆ ਜਿਨ੍ਹਾਂ ਨੇ ਮੇਰੇ ਇਸ ਮੁਕੱਦਮੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੇਰੀ ਮਦਦ ਕੀਤੀ ਸੀ। ਇਸ ਕੇਸ ਨੇ ਤਾਂ ਮੈਨੂੰ ਮੌਤ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ, ਪਰ ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਦੇ ਮੇਰੇ ਨਾਲ ਡਟ ਕੇ ਖੜਨ ਕਾਰਨ ਹੀ ਇਹ ਸੰਭਵ ਹੋ ਸਕਿਆ ਸੀ ਕਿ ਮੇਰੀਆਂ ਅੱਖਾਂ ਨਵੇਂ ਸੁਪਨੇ ਵੇਖਣ ਦੇ ਯੋਗ ਹੋ ਗਈਆਂ ਸਨ। ਨਹੀਂ ਤਾਂ ਭਾਰਤੀ ਨਿਆਂ ਪ੍ਰਣਾਲੀ 'ਚ ਇਹ ਕਿੱਥੇ ਸੰਭਵ ਹੈ। ਸਮਾਪਤ।